ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨਫੋਕਸ ਦੇ ਅੱਜ ਦੇ ਇਸ ਐਪੀਸੋਡ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਕੈਨੇਡਾ ਭਰ ਦੇ ਵਿੱਚ ਇਸ ਵੇਲੇ ਕਰੋਨਾ ਵਾਇਰਸ ਦੇ 1 ਮਿਲੀਅਨ ਤੋਂ ਉੱਪਰ ਕੇਸਿਸ ਦਰਜ ਕੀਤੇ ਜਾ ਚੁੱਕੇ ਨੇ। 23,000 ਤੋਂ ਉੱਪਰ ਡੈਥਸ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ। ਕੈਨੇਡਾ ਦੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ, ਵੈਕਸੀਨ ਅਪਡੇਟ ਅਤੇ ਐਸਟਰਾਜ਼ੈਨੇਕਾ ਵੈਕਸੀਨ ਦੀ ਰਿਪੋਰਟ ਸੰਬੰਧੀ ਅਸੀਂ ਖਾਸ ਗੱਲਬਾਤ ਕੀਤੀ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਜੀ ਦੇ ਨਾਲ। पेश है एक खास मुलाकात उन्हां दे नाल। सत श्री अकाल डॉक्टर बाजवा, थैंक यू फॉर जॉइनिंग पीटीसी पंजाबी वंस अगेन। सत श्री अकाल जसलीन जी, थैंक यू फॉर हैविंग मी। डॉक्टर बाजवा, फर्स्ट ऑफ ऑल थैंक यू फॉर योर टाइम, क्योंकि शुरू तो ही तुसीं साडे नाल जुड़े रहे हो। पब्लिक हैल्थ ऑफिशियल्स दी जिहड़ी पब्लिक हैल्थ गाइडलाइंस जिहड़ी हैगियां ने, जिहड़े मैसेजेस हैगे ने, शुरू तो ही साडे नाल सांझे करदे आए हो। नॉट जस्ट दैट, यू आर आल्सो वर्किंग विद कोविड-19 पेशेंट्स इन दी हॉस्पिटल। सब तो पहला जानना चाहांगे, हाउ आर यू डूइंग? I'm doing well. ਦੋ waves survive ਕਰ ਲਏ ਹੋਏ ਆ ਤੇ ਤੀਸਰਾ wave ਹੁਣ ਇਸ ਵੇਲੇ ਪੂਰੇ ਵਿੱਚ ਖੁੱਬੇ ਹੋਏ ਆ। I got my vaccines 2-3 months ago. So ਥੋੜੀ ਬਹੁਤੀ ਇੰਨਾ ਹੌਸਲਾ ਜਿਹਾ ਹੋ ਜਾਂਦਾ ਹੈ ਕਿ ਹੁਣ ਵੈਕਸੀਨ ਲੱਗ ਗਈ ਹੋਈ ਹੈ ਤੇ ਪ੍ਰੋਟੈਕਸ਼ਨ ਹੈਗੀ ਹੈ। ਪਰ ਹਾਂ, we're seeing lots and lots of COVID ਤੇ ਖਾਸ ਕਰਕੇ ਪਿਛਲੇ 2 ਹਫ਼ਤਿਆਂ ਤੋਂ ਹੁਣ ਜੋ ਤੀਸਰਾ wave ਸ਼ੁਰੂ ਹੋ ਗਿਆ ਹੋਇਆ ਤਾਂ ਬਹੁਤ ਜ਼ਿਆਦਾ ਕੇਸਿਸ ਵੱਧ ਗਏ ਹੋਏ ਹੁਣ ਤਾਂ। जी जी, डेफिनेटली। ऑलराइट, आई स्टार्ट विद दी एस्ट्राजेनेका वैक्सीन दी जिहड़ी रिपोर्ट आई हैगी है। डेफिनेटली ਅਸੀਂ ਦੇਖ ਰਹੇ ਹਾਂ ਕਿ एस्ट्राजेनेका वैक्सीन ਦੇ ਕੁਝ ਕੇਸਿਸ ਆਏ ਨੇ ਯੂਰਪ ਦੇ ਵਿੱਚ, ਜਿਹਦੇ ਵਿੱਚ ਬਲੱਡ ਕਲੌਟਸ ਰਿਪੋਰਟ ਹੋ ਰਹੇ ਨੇ। ਬੇਸ਼ੱਕ ਕੈਨੇਡਾ ਦੇ ਵਿੱਚ ਕੋਈ ਅਜਿਹਾ ਕੇਸ ਨਹੀਂ ਦਰਜ ਕੀਤਾ ਗਿਆ ਹੈ, ਲੇਕਿਨ ਕੈਨੇਡਾ ਦੇ ਵਿੱਚ 55 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕੀ ਹੈਗੇ ਨੇ, ਉਹਨਾਂ ਲਈ ਇਹ ਵੈਕਸੀਨ ਹਾਰਮਫੁਲ ਦੱਸੀ ਗਈ ਹੈ। ਪਰ ਡੋਂਟ ਯੂ ਥਿੰਕ ਕਿ ਹੈਲਥ ਕੈਨੇਡਾ ਨੂੰ ਪਹਿਲਾਂ ਐਸਟਰਾਜ਼ੈਨੇਕਾ ਵੈਕਸੀਨ ਦੀ ਜਿਹੜੀ ਪੋਟੈਂਸ਼ੀਅਲ ਰਿਸਕ ਦੀ ਇਵੈਲੂਏਸ਼ਨ ਹੈਗੀ ਹੈ, ਉਹ ਪੂਰੀ ਕਰ ਲੈਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਇਹ ਵੈਕਸੀਨ ਡੋਜ਼ ਦੇਣੀ ਚਾਹੀਦੀ ਹੈ, ਬਿਕੋਜ਼ ਦਿਸ ਇਜ਼ ਲੀਡਿੰਗ ਟੂ ਵੈਕਸੀਨ ਹੈਜ਼ੀਟੈਂਸੀ। ਜਸਲੀਨ ਜੀ, ਇਸ ਤਰ੍ਹਾਂ ਹੈ ਕਿ ਜਦੋਂ ਵੀ ਕਿਸੇ ਸਰਕਾਰ ਕੰਪਨੀ ਨੂੰ ਕਿਸੇ ਚੀਜ਼ ਦੀ ਸ਼ਿਕਾਇਤ ਆਉਂਦੀ ਹੈ ਕਿ ਹੋ ਸਕਦਾ ਹੈ ਕਿ ਮਾਮੂਲੀ ਜਿਹਾ ਹਾਰਮਫੁਲ ਹੋ ਸਕਦੀ ਹੈ ਤੇ ਉਹਨਾਂ ਨੂੰ ਡਿਕਲੇਅਰ ਕਰਨਾ ਪੈਂਦਾ। ਆਹੀ ਗੱਲ ਹੋਈ ਹੈ ਕਿ ਉਹਨਾਂ ਨੂੰ ਡਿਕਲੇਅਰ ਕਰਨਾ ਪੈ ਰਿਹਾ ਹੈ। ਪਰ ਓਵਰਆਲ ਤੁਸੀਂ ਕੁਐਸਚਨ ਪੁੱਛਿਆ, ਇਜ਼ ਇਟ ਹਾਰਮਫੁਲ? ਇਟਸ ਨਾਟ ਹਾਰਮਫੁਲ, ਬਿਲਕੁਲ ਨਹੀਂ ਹਾਰਮਫੁਲ ਹੈਗੀ ਏ। ਪਰ ਇਹ ਹੈ ਕਿ ਜੇ ਮਾੜਾ ਮੋਟਾ ਵੀ ਲੱਗਦਾ ਉਹਨਾਂ ਨੂੰ, ਫਿਰ ਉਹਨਾਂ ਨੂੰ ਇੱਕ ਤਾਂ ਡਿਕਲੇਅਰ ਕਰਨਾ ਪੈਂਦਾ ਜੋ ਹੋਇਆ, ਤੇ ਦੂਸਰੀ ਗੱਲ ਉਹ ਤੇ ਇਨਵੈਸਟੀਗੇਸ਼ਨ ਉਹਨਾਂ ਨੂੰ ਕਰਨੀ ਪੈਂਦੀ ਜੋ ਇਸ ਵੇਲੇ ਹੋ ਰਿਹਾ। ਪਰ ਇਨ ਦੀ ਐਂਡ ਜਿਵੇਂ ਕਿ ਸਾਰੀ ਦੁਨੀਆ ਦੇ ਵਿੱਚ ਲੱਗੀ ਜਾ ਰਿਹਾ, ਕੋਈ ਪ੍ਰੋਬਲਮਸ ਨਹੀਂ ਆ ਰਹੀਆਂ ਹੈਗੀਆਂ। ਇਨ ਦੀ ਐਂਡ ਹੈਲਥ ਕੈਨੇਡਾ ਵਾਲਿਆਂ ਨੇ ਵੀ ਇਹੀ ਆਖਣਾ, ਹਾਂਜੀ ਲਾ ਲਓ ਜੀ, ਪਰ ਉਹਨਾਂ ਨੂੰ ਡਿਕਲੇਅਰ ਕਰਨਾ ਪੈਂਦਾ। ਦੀ ਪ੍ਰੋਬਲਮ ਵਿਦ ਇਹਦੇ ਵਿੱਚ ਇਹ ਆਈ ਹੈ ਕਿ ਇਹ ਮਾਮੂਲੀ ਜਿਹਾ ਜਿਹੜਾ ਸ਼ੱਕ ਤੁਹਾਡੇ ਦਿਮਾਗ ਦੇ ਵਿੱਚ ਵੀ ਪੈ ਗਿਆ ਹੋਇਆ, ਉਹ ਬਾਕੀ ਸਾਰੀ ਪਬਲਿਕ ਦੇ ਵਿੱਚ ਵੀ ਪੈ ਗਿਆ ਹੋਇਆ। ਹਾਰਮਫੁਲ ਨਹੀਂ ਇਹ ਹੈਗੀ ਤੇ ਇਹ ਲਵਾ ਲੈਣੀ ਚਾਹੀਦੀ ਹੈ ਜਦੋਂ ਜੇ ਤੁਹਾਨੂੰ ਆਫਰ ਕੀਤੀ ਜਾਏ। ਪਰ ਇਹ ਜਿਹੜਾ ਸ਼ੱਕ ਪੈਦਾ ਹੋ ਗਿਆ ਨਾ, ਉਹਨੇ ਬਹੁਤ ਨੁਕਸਾਨ ਕੀਤਾ, ਕਿਉਂਕਿ ਬਹੁਤ ਲੋਕਾਂ ਦੇ ਵਿੱਚ ਦੇ ਬਾਅਦ ਸ਼ੰਕਾ ਆ ਗਈ ਹੋਈ ਹੈ ਕਿ ਇਹ ਵਾਲੀ ਲਵਾਵਾਂ ਕਿ ਮੈਂ ਦੂਸਰੀ ਲਵਾਵਾਂ। ਪਰ ਜੇ ਓਵਰਆਲ ਦੇਖਿਆ ਜਾਵੇ ਇਹਦੇ 'ਚ ਹਾਰਮ ਨਹੀਂ ਹੈਗਾ। ਜੇ ਤੁਸੀਂ ਨੰਬਰਸ ਦੀ ਪੁੱਛਦੇ ਆ ਨਾ ਗੱਲ, ਇਹ ਕਿਵੇਂ ਸਾਰੀ ਗੱਲ ਸ਼ੁਰੂ ਹੋਈ ਹੈ ਕਿ ਯੂਰਪ ਦੇ ਵਿੱਚ ਉਹਨਾਂ ਨੂੰ ਲੱਗਿਆ ਸੀ ਕਿ ਥੋੜ੍ਹਾ ਜਿਹਾ ਹਲਕਾ ਵੱਧ ਚਾਂਸ ਹੈਗਾ ਕਿ ਬਲੱਡ ਕਲੌਟ ਹੋਣ ਦੇ। ਬਲੱਡ ਕਲੌਟ ਤਾਂ ਵੈਸੇ ਵੀ ਲੋਕਾਂ ਦੇ ਵਿੱਚ ਹੁੰਦੇ ਹੀ ਹੈ, ਆਲਮੋਸਟ ਐਵਰੀ ਡੇ ਲੋਕਾਂ ਦੇ ਵਿੱਚ ਕੋਈ ਨਾ ਕੋਈ ਬਲੱਡ ਕਲੌਟ ਹੁੰਦਾ ਹੈ। ਉਹਦੇ ਵਿੱਚ ਇਹ ਮਾਮੂਲੀ ਜਿਹਾ ਲੱਗਿਆ ਸੀਗਾ ਇਹਨਾਂ ਨੂੰ ਕਿ ਐਸਟਰਾਜ਼ੈਨੇਕਾ ਲਵਾਉਣ ਤੋਂ ਬਾਅਦ ਇਹ ਕੇਸਿਸ ਵੱਧ ਜਾਂਦੇ ਆ ਤੇ ਤਾਂ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਸ਼ੱਕ ਕੱਢਣਾ ਪੈ ਰਿਹਾ। ਉਹ ਕਿੰਨੇ ਕੇਸਿਸ ਤੁਹਾਨੂੰ ਮੈਂ ਦੱਸ ਦਿੰਦਾ, ਸਮਵੇਅਰ ਬਿਟਵੀਨ ਲੱਖ 'ਚੋਂ 1 ਜਾਂ 10 ਲੱਖ 'ਚੋਂ 1। ਜੇ ਆਪਾਂ ਉਹਦੇ 'ਚੋਂ ਅੱਧ 'ਚ ਲੈ ਲਈਏ, ਫਿਰ ਵੀ 5 ਲੱਖ ਟੀਕਿਆਂ ਤੋਂ ਬਾਅਦ ਇੱਕ ਜਾਣੇ ਨੂੰ ਕੇਸ ਹੋ ਸਕਦਾ ਹੈ, 5 ਲੱਖਾਂ ਤੋਂ ਬਾਅਦ। ਤੇ ਉਹ ਜੇ ਆਪਾਂ ਦੇਖੀਏ ਕਿ ਆਲਰੇਡੀ ਕੈਨੇਡਾ ਦੇ ਵਿੱਚ 5 ਲੱਖ ਤੋਂ ਉੱਪਰ ਐਸਟਰਾਜ਼ੈਨੇਕਾ ਦੇ ਟੀਕੇ ਲੱਗ ਚੁੱਕੇ ਆ। 5 ਲੱਖ ਤੋਂ ਉੱਪਰ ਲੱਗ ਚੁੱਕੇ ਆ। ਉਹਨਾਂ 'ਚੋਂ ਕਿੰਨੇ ਕੇਸਿਸ ਆਏ ਆ ਉਹਦੇ ਬਲੱਡ ਕਲੌਟਸ ਤੇ ਕੈਨੇਡਾ ਦੇ ਵਿੱਚ? 0, ਬਿਲਕੁਲ ਨਹੀਂ ਕੋਈ ਆਇਆ। ਸੋ ਇਸ ਕਰਕੇ ਉਹਨਾਂ ਨੂੰ ਆਪਣੇ ਵੱਲੋਂ ਫਰਜ਼ ਪੂਰਾ ਕਰਨਾ ਪੈਂਦਾ ਹੈ, ਪਰ ਹਾਰਮਫੁਲ ਨਹੀਂ ਇਹ ਹੈਗੀ ਵੈਕਸੀਨ। ਜੇ ਤੁਹਾਨੂੰ ਕੰਪੇਅਰ ਕਰਕੇ ਦੱਸ ਸਕਦਾ ਨਾ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਕਿ ਬਲੱਡ ਕਲੌਟਸ ਆਲਰੇਡੀ ਲੋਕਾਂ 'ਚ ਹੁੰਦੇ ਆ। ਇਨ ਫੈਕਟ ਵਨ ਆਫ ਦ ਰਿਸਕ ਫੈਕਟਰਸ ਫॉर ਬਲੱਡ ਕਲੌਟਸ ਇਜ਼ ਪਲੇਨ ਦੇ ਵਿੱਚ ਟਰੈਵਲ ਕਰਨਾ, ਕਿਉਂਕਿ ਆਪਣਾ ਸਰਕੂਲੇਸ਼ਨ ਪੂਰਾ ਚੱਲਦਾ ਨਹੀਂ ਹੈ, ਇੱਕ ਥਾਂ ਤੇ ਬੈਠੇ ਰਹੀਦਾ। ਤੇ ਉਹ ਜੇ ਆਪਾਂ ਕੰਪੇਅਰ ਕਰਕੇ ਦੇਖੀਏ ਇਸ ਵੈਕਸੀਨ ਦੇ ਨਾਲ, ਜਿਵੇਂ ਮੈਂ ਤੁਹਾਨੂੰ ਦੱਸਿਆ 5 ਲੱਖ ਤੋਂ 1 ਕੇਸ ਹੁੰਦਾ ਤੇ ਟਰੈਵਲਰਸ ਦੇ ਵਿੱਚ 5 ਲੱਖ 'ਚੋਂ ਕਿੰਨੇ ਕੇਸਿਸ ਹੁੰਦੇ? 100।
100 ਕੇਸਿਸ 5 ਲੱਖਾਂ ਚੋਂ ਟਰੈਵਲ ਕਰਨ ਦੇ ਨਾਲ ਇਹਦੇ ਵਿੱਚੋਂ ਸਿਰਫ ਇੱਕ ਤੇ ਫਿਰ ਵੀ ਇਹਦੇ ਤੋਂ ਆਪਾਂ ਡਰਦੇ ਆ ਤੇ ਆਪਾਂ ਪਲੇਨ ਰਾਈਡ ਤੋਂ ਆਪਾਂ ਨਾ ਕੋਈ ਨਾ ਪਲੇਨ ਰਾਈਡ ਆਪਾਂ ਫਿਰ ਵੀ ਲੈ ਸਕਦੇ ਹਾਂ ਸੋ ਜੇ ਤੁਸੀਂ ਕੰਪੇਅਰ ਕਰਕੇ ਦੇਖੋ ਨਾ ਇਹ ਬਹੁਤ ਹੱਦੋਂ ਵੱਧ ਹੀ ਸਮਾਲ ਰਿਸਕ ਹੈ ਆਲਮੋਸਟ ਨਾ ਵਰਗਿਆ ਸੋ ਇਸ ਕਰਕੇ ਜੇ ਤੁਹਾਨੂੰ ਆਫਰ ਕੀਤੀ ਜਾਂਦੀ ਹੈ ਨਾ ਇਹ ਵੈਕਸੀਨ ਮੈਂ ਤੁਹਾਨੂੰ ਅਸ਼ੋਰੈਂਸਸ ਦਿੰਦਾ ਜ਼ੀਰੋ ਕੇਸਿਸ ਇਨ ਕੈਨੇਡਾ ਦਿਸ ਇਜ਼ ਅ ਵੈਰੀ ਸੇਫ ਵੈਕਸੀਨ ਲਵਾ ਲੈਣੀ ਚਾਹੀਦੀ ਹੈ ਜੀ ਪਰ ਡਾਕਟਰ ਬਾਜਵਾ ਯੂਰਪ ਸਣੇ ਕੁਝ ਕੰਟਰੀਜ਼ ਦੇ ਵਿੱਚ ਇਸ ਵੈਕਸੀਨ ਨੂੰ ਫਿਲਹਾਲ ਹਾਲਟ ਕੀਤਾ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ 55 ਟੂ ਅੰਡਰ ਜਿਹੜੇ ਲੋਕੀ ਹੈਗੇ ਨੇ ਉਹਨਾਂ ਲਈ ਸ਼ਾਇਦ ਸੇਫ ਨਹੀਂ ਹੈਗੀ ਦ ਰੀਜ਼ਨ ਆਮ ਆਸਕਿੰਗ ਇਜ਼ ਬਿਕਾਜ਼ ਟਿਪੀਕਲੀ ਵੈਨ ਯੂ ਆਰ ਮੋਰ ਯੰਗ ਯੂ ਆਰ ਮੋਰ ਸਟਰੋਂਗ ਐਂਡ ਜਿਸ ਤਰ੍ਹਾਂ ਤੁਸੀਂ ਰਿਸਕ ਫੈਕਟਰ ਦੀ ਗੱਲ ਕੀਤੀ ਹੈਗੀ ਹੈ ਡੂ ਯੂ ਥਿੰਕ ਇਜ਼ ਇਟ ਅਨਯੂਜੂਅਲ ਫॉर ਅ ਵੈਕਸੀਨ ਲਾਈਕ ਐਸਟਰਾਜ਼ੈਨੇਕਾ ਟੂ ਹੈਵ ਸਾਈਡ ਇਫੈਕਟਸ not unusual ਨਹੀਂ ਵੈਕਸੀਨਸ ਦੇ ਸਾਈਡ ਇਫੈਕਟਸ ਆਮ ਤੌਰ ਤੇ ਲੋਕਲੀ ਹੁੰਦੇ ਆ ਥੋੜੇ ਜਿਹਾ ਪੇਨ ਆਰਮ ਦੇ ਵਿੱਚ ਹੋ ਗਈ ਤੇ ਜਾਂ ਬੁਖਾਰ ਬੜਾ ਬੜਾ ਚੜ ਗਿਆ ਦਿਸ ਇਜ਼ ਦੀ ਨਾਰਮਲ ਸਾਈਡ ਇਫੈਕਟਸ ਇਹੋ ਜਿਹੇ ਜਿਹੜੇ ਕੰਪਲਿਕੇਸ਼ਨ ਹੁੰਦੇ ਆ ਬਹੁਤ ਰੇਅਰ ਹੁੰਦੇ ਆ ਤੇ ਹਜੇ ਤੱਕ ਵੀ ਰੇਅਰ ਹੈ ਮਤਲਬ ਸਮਝ ਲਓ ਕਿ ਆਲਮੋਸਟ 5 ਲੱਖ ਚੋਂ ਇੱਕ ਜਿਹੜੀ ਯੂਰਪ ਦੇ ਵਿੱਚ ਪ੍ਰੋਬਲਮ ਆਈ ਸੀ ਉਹਨਾਂ ਨੇ ਤਾਂ ਰეკਮੈਂਡ ਕੀਤਾ ਹੈ ਕਿ ਜਿੰਨੀ ਤੁਹਾਡੀ ਏਜ ਘਟਦੀ ਜਾਂਦੀ ਹੈ ਉਹਨੇ ਤੁਹਾਡੇ ਬਲੱਡ ਕੈਂਸਰ ਦੇ ਚਾਂਸਸ ਵੱਧਦੇ ਜਾਂਦੇ ਆ ਇਸ ਵੈਕਸੀਨ ਤੋਂ ਬਾਅਦ ਸੋ ਇਸ ਕਰਕੇ ਉਹਨਾਂ ਨੇ ਰეკਮੈਂਡੇਸ਼ਨ ਇਹ ਕੀਤੀ ਹੈ ਇੱਕ ਤਾਂ ਲੈਸ ਦੈਨ 55 ਇੱਕ ਤਾਂ ਦੂਸਰੀ ਗੱਲ ਹੈ ਕਿ ਔਰਤਾਂ ਦੇ ਵਿੱਚ ਥੋੜਾ ਜਿਹਾ ਵੱਧ ਚਾਂਸ ਸੋ ਇਸ ਕਰਕੇ ਫॉर ਨਾਓ ਉਹਨਾਂ ਨੇ ਆਖਿਆ ਹੈ ਕਿ ਫੀਮੇਲਸ ਲੈਸ ਦੈਨ 50 ਖਾਸ ਕਰਕੇ ਉਹਨਾਂ ਦੇ ਵਿੱਚ ਨਹੀਂ ਲਾਉਣੀ ਚਾਹੀਦੀ ਹੈ ਐਨੀਵਨ ਐਲਸ ਇਜ਼ ਸੇਫ even those people ਜਿਨ੍ਹਾਂ ਦੇ ਵਿੱਚ ਉਹਨਾਂ ਨੇ ਰੁਕਾਵਟ ਪਾਈ ਹੈ ਉਹ ਵੀ ਸੇਫ ਨੇ ਪਰ ਸਿਰਫ ਇਹ ਹੈ ਕਿ ਉਹਨਾਂ ਨੂੰ ਜਿੱਥੇ 5 ਲੱਖ ਚੋਂ ਇੱਕ ਚਾਂਸ ਹੈ ਉਹਨਾਂ ਨੂੰ 1 ਲੱਖ ਚੋਂ ਇੱਕ ਚਾਂਸਸ ਹੋਏਗਾ ਸੋ ਚਾਂਸਸ ਥੋੜੇ ਜਿਹੇ ਵੱਧ ਗਏ ਪਰ ਕਿੰਨੇ ਆ ਓਵਰਆਲ ਫਿਰ ਵੀ ਲੱਖਾਂ ਚੋਂ ਇੱਕ ਵਾਲੀ ਗੱਲ ਹੈ ਜੀ ਜੀ ਡਾਕਟਰ ਬਾਜਵਾ ਜਿਸ ਤਰ੍ਹਾਂ ਹੈਲਥ ਆਫੀਸ਼ੀਅਲਸ ਵੱਲੋਂ ਹੁਣ ਵੈਕਸੀਨ ਦੀ ਜਿਹੜੀ 2 ਡੋਜ਼ਸ ਹੈਗੀਆਂ ਨੇ ਉਹਨਾਂ ਦੇ ਵਿੱਚ 4 ਮੰਥਸ ਦਾ ਗੈਪ ਰეკਮੈਂਡ ਕੀਤਾ ਗਿਆ ਹੈ ਡੈਫੀਨਿਟਲੀ ਇਟ ਵਿਲ ਅਲਾਉ ਮੋਰ ਪੀਪਲ ਟੂ ਗੈਟ ਦ ਬੈਨੀਫਿਟ ਆਫ ਦ ਇਮਿਊਨਿਟੀ ਲੇਕਿਨ ਡੋਂਟ ਯੂ ਥਿੰਕ ਜਿਹੜੀ ਫਰਸਟ ਡੋਜ਼ ਦੀ ਜਿਹੜੀ ਐਫੀਕੇਸੀ ਹੈਗੀ ਹੈ ਉਹ ਕਿਤੇ ਨਾ ਕਿਤੇ ਘਟਦੀ ਹੈ ਜਾਂ ਖਤਮ ਹੁੰਦੀ ਹੈ ਇੰਨੇ ਗੈਪ ਦੇ ਵਿੱਚ ਹਾਂ ਹੋ ਸਕਦਾ ਹੈ ਸੋ ਵੀ ਡੋਂਟ ਨੋ ਦੀ ਆਨਸਰ ਟੂ ਦੈਟ ਕਿਉਂਕਿ ਜਿਹਦੇ ਟ੍ਰਾਇਲਸ ਕੀਤੇ ਸੀਗੇ ਉਹਨਾਂ ਨੇ ਟ੍ਰਾਇਲਸ ਫॉर ਐਗਜ਼ਾਮਪਲ ਫਾਈਜ਼ਰ ਵਾਲਿਆਂ ਨੇ 3 ਹਫ਼ਤੇ ਬਾਅਦ ਕੀਤੇ ਸੀਗੇ ਤੇ ਦੂਜੇ ਮੋਡਰਨਾ ਵਾਲਿਆਂ ਨੇ 4 ਹਫ਼ਤਿਆਂ ਬਾਅਦ ਉਹਨਾਂ ਨੇ ਟੀਕਾ ਰეკਮੈਂਡ ਕੀਤਾ ਸੀਗਾ ਟ੍ਰਾਇਲਸ ਦੇ ਵਿੱਚ ਉਹਨਾਂ ਨੇ ਇਹ ਡੋਜ਼ ਮਹੀਨੇ ਦੇ ਵਿੱਚ ਕੀਤੇ ਸੀਗੇ ਸੋ ਵੀ ਡੋਂਟ ਨੋ ਕਿ ਜਿੰਨੀ ਵੱਧ ਤੁਸੀਂ ਖਿੱਚਦੇ ਜਾਓਗੇ ਉਹਦੀ ਡੋਜ਼ ਐਫੀਕੇਸੀ ਘਟਦੀ ਜਾਏਗੀ ਹੋ ਸਕਦਾ ਹੈ ਦੈਟ ਮਾਈਟ ਬੀ ਟਰੂ ਪਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ 3-4 ਮਹੀਨੇ ਲੰਘਾ ਸਕਦੇ ਆ ਤੇ ਫਿਰ ਵੀ ਸੇਫ ਹੋਏਗਾ we don't really know the answer to that time ਦੇ ਨਾਲ ਪਤਾ ਲੱਗ ਜਾਏਗਾ but the reason why they did it is because ਇਸ ਵੇਲੇ ਕੈਨੇਡਾ ਨੂੰ ਵੈਕਸੀਨ ਦੀ ਸ਼ਾਰਟੇਜ ਹੋਣ ਕਰਕੇ ਉਹਨਾਂ ਨੇ ਇਹ ਸੋਚਿਆ instead of having 1 million people with 2 doses it's better to have 2 million people with 1 dose at least double the population the vaccine ਮਿਲ ਗਈ ਹੋਈ ਨਾ so ਇਸ ਕਰਕੇ because even after 1 dose above 90% protection ਹੁੰਦੀ ਹੈ ਸੋ ਇਸ ਕਰਕੇ ਗਵਰਨਮੈਂਟ ਨੇ ਓਵਰਆਲ ਪੋਪੂਲੇਸ਼ਨ ਬੇਸਿਸ ਦੇ ਹਿਸਾਬ ਨਾਲ ਦੇਖਿਆ ਕਿ ਇਟਸ ਬੈਟਰ ਟੂ ਹੈਵ ਐਟ ਲੀਸਟ 1 ਡੋਜ਼ ਇੰਡੀਵਿਜੂਅਲ ਸਾਈਜ਼ ਤੇ ਆਪਾਂ ਦੇਖੀਏ ਤੇ ਫਿਰ ਹੋ ਸਕਦਾ ਹੈ ਇਟਸ ਨਾਟ ਐਸ ਗੁੱਡ ਪਰ ਫਿਰ ਵੀ ਇਟ ਵੋਂਟ ਬੀ ਦੈਟ ਬੈਡ ਪਰ ਉਹਨਾਂ ਨੇ ਜ਼ਿਆਦਾ ਜ਼ਰੂਰੀ ਇਹ ਸਮਝਿਆ ਕਿ ਲੈਟਸ ਗੈਟ ਐਸ ਮੈਨੀ ਪੀਪਲ ਵੈਕਸੀਨੇਟਡ ਕਿਉਂਕਿ ਇਸ ਵੇਲੇ ਜਿਹੜੇ ਥਰਡ ਵੇਵ ਸ਼ੁਰੂ ਹੋ ਗਿਆ ਹੋਇਆ ਬਹੁਤ ਵੱਧ ਰਹੇ ਕੇਸਿਸ ਖਾਸ ਕਰਕੇ ਨਵੇਂ ਵੇਰੀਐਂਟਸ ਕਰਕੇ ਸੋ ਇਸ ਕਰਕੇ ਪਹਿਲਾ ਡੋਜ਼ ਲਾਉਣਾ ਬਹੁਤ ਹੀ ਸਖਤ ਜ਼ਰੂਰੀ ਸੀ ਐਬਸੋਲੂਟਲੀ ਬਟ ਜੇ ਅਸੀਂ ਫਰੰਟਲਾਈਨ ਵਰਕਰਸ ਦੀ ਗੱਲ ਕਰੀਏ ਜੋ ਕਿ ਕੋਵਿਡ-19 ਪੇਸ਼ੈਂਟਸ ਨੂੰ ਡਾਇਰੈਕਟ ਕੇਅਰ ਦੇ ਰਹੇ ਹਨ ਤੁਹਾਨੂੰ ਲੱਗਦਾ ਕਿ ਉਹਨਾਂ ਲਈ ਇਹ ਫੇਅਰ ਹੈਗਾ ਡੋਂਟ ਯੂ ਥਿੰਕ ਕਿ ਉਹਨਾਂ ਨੂੰ ਸੈਕੰਡ ਡੋਜ਼ ਜਿਹੜੀ ਹੈਗੀ ਉਹ ਜਲਦੀ ਦੇਣੀ ਚਾਹੀਦੀ ਹੈ ਸੋ ਦੈਟ ਦੇ ਆਰ ਫੁੱਲੀ ਪ੍ਰੋਟੈਕਟਡ ਕਿਉਂਕਿ ਉਹ ਇੱਕ ਹਾਈ ਰਿਸਕ এনवायरमेंट ਦੇ ਵਿੱਚ ਕੰਮ ਕਰ ਰਹੇ ਨੇ Yeah, so I agree ਜਿਹੜੀ ideal scenario best case scenario ਇਹ ਹੈ ਕਿ ਉਹਨਾਂ ਨੂੰ frontline workers and ਜਿਹੜੇ ਬਹੁਤ elderly ਉਹਨਾਂ ਨੂੰ ਛੇਤੀ ਮਿਲ ਜਾਣੇ ਚਾਹੀਦੇ second dose ਪਰ this is government policy ਉਹਨਾਂ ਨੇ ਇਹ ਸੋਚਿਆ ਕਿ ਜੇ ਤੁਹਾਨੂੰ 92% ਵੀ ਮਿਲਦੀ ਹੈ that's good enough at least ਤੁਸੀਂ ਫਿਰ ਵੀ ਬਚੇ ਰਹੋਗੇ ਆਪਾਂ ਇਸ ਵੇਲੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਿ ਇਹ ਬਿਮਾਰੀ ਫੈਲੇ ਨਾ ਜੇ ਫੈਲੇ ਜ਼ਿਆਦਾ ਤੇ ਆਪਾਂ ਨੂੰ ਸੰਭਾਲੀ ਨਹੀਂ ਜਾਣੀ ਆਪਣੇ ਹੈਲਥ ਕੇਅਰ ਸਿਸਟਮ ਤੇ ਇੰਨਾ ਪ੍ਰੈਸ਼ਰ ਪੈ ਜਾਣਾ ਹੈਗਾ ਕਿ ਹੈਲਥ ਕੇਅਰ ਸਿਸਟਮ ਇਹ ਨਾ ਹੋਵੇ ਹੈਲਥ ਕੇਅਰ ਸਿਸਟਮ ਕੋਲੈਪਸ ਕਰ ਜੀ ਟੁੱਟ ਜਾਵੇ ਸੋ ਇਸ ਕਰਕੇ ਉਹਨਾਂ ਨੇ ਇਹ ਚੀਜ਼ ਕੀਤੀ ਹੈ ਇਜ਼ ਇਟ ਆਈਡੀਅਲ ਪ੍ਰੋਬਬਲੀ ਨਾਟ ਆਈਡੀਅਲ ਪਰ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਪਿੱਛੋਂ ਡੋਸਸ ਨਹੀਂ ਆ ਰਹੇ ਹੈਗੇ
जी, जी डॉक्टर बाजवा ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਦ ਹਾਜ਼ਰ ਹੋਦੇ ਆ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਵਿਲੀਅਮ ਹੌਸਲਰ ਹੈਲਥ ਸਿਸਟਮ ਤੋਂ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਜੀ ਦੇ ਨਾਲ। ਡਾਕਟਰ ਬਾਜਵਾ, ਜਿਸ ਤਰ੍ਹਾਂ ਅਸੀਂ ਐਸਟਰਾਜ਼ੈਨੇਕਾ ਵੈਕਸੀਨ ਦੀ ਗੱਲ ਕਰ ਰਹੇ ਸੀਗੇ, ਇਸ ਵੇਲੇ ਕੈਨੇਡਾ ਦੇ ਵਿੱਚ 5 ਮਿਲੀਅਨ ਤੋਂ ਉੱਪਰ ਲੋਕਾਂ ਨੂੰ ਵੈਕਸੀਨ ਦੀ ਜਿਹੜੀ ਪਹਿਲੀ ਡੋਜ਼ ਹੈਗੀ ਹੈ ਉਹ ਲੱਗ ਚੁੱਕੀ ਹੈ ਐਂਡ ਡੈਫੀਨਿਟਲੀ ਕਈ ਯੰਗ ਲੋਕਾਂ ਨੇ ਵੀ ਇਹ ਵੈਕਸੀਨ ਲਗਵਾਈ ਹੈਗੀ ਹੈ। ਗੋਇੰਗ ਫਾਰਵਰਡ ਜੇਕਰ ਐਸਟਰਾਜ਼ੈਨੇਕਾ ਵੈਕਸੀਨ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਂਦੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਸੈਕੰਡ ਡੋਜ਼ ਲਈ ਕੈਨ ਵੀ ਮਿਕਸ ਮੈਚ ਦ ਵੈਕਸੀਨ? ਸੋ ਅਗੇਨ, ਜਿਵੇਂ ਪਹਿਲਾਂ ਤੁਸੀਂ ਕੁਐਸਚਨ ਕੀਤਾ ਸੀ, ਇਹ ਨਵੀਂ ਬਿਮਾਰੀ ਹੋਣ ਕਰਕੇ ਨਾ ਵੀ ਰੀਅਲੀ ਡੋਂਟ ਹੈਵ ਅ ਲੋਟ ਆਫ ਆਨਸਰਸ। ਹੋ ਸਕਦਾ ਹੈ ਕਿ ਇਸ ਤਰ੍ਹਾਂ ਕਰਨਾ ਪੈ ਜਾਵੇ ਤੇ ਇਨ ਦੀ ਐਂਡ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਕਿ ਇਟ ਵਿਲ ਬੀ ਓਕੇ ਕਿ ਵੈਕਸੀਨ ਇੱਕ ਦੀ ਪਹਿਲੀ ਡੋਜ਼ ਦੀ ਇੱਕ ਵੈਕਸੀਨ ਲਵਾਈ ਹੋਵੇ ਤੇ ਸੈਕੰਡ ਡੋਜ਼ ਕਿਸੇ ਦੂਸਰੀ ਕੰਪਨੀ ਵਾਲੇ ਲਵਾਈ ਹੋਵੇ। ਸੋ ਇਟ ਪ੍ਰੋਬਬਲੀ ਵਿਲ ਬੀ ਓਕੇ, ਪਰ ਨੋ ਵਨ ਰੀਅਲੀ ਨੋਜ਼ ਦੀ ਆਨਸਰ। ਉਹ ਸਿਰਫ ਸਮੇਂ ਦੇ ਨਾਲ ਪਤਾ ਲੱਗੇਗਾ। ਪਰ ਜੇ ਇਫ ਆਈ ਵਾਜ਼ ਇਨ ਦੈਟ ਸਿਨੈਰੀਓ ਤੇ ਜੇ ਮੈਨੂੰ ਆਫਰ ਕੀਤੀ ਜਾਵੇ ਕਿ ਤੁਹਾਨੂੰ ਪਹਿਲਾ ਡੋਜ਼ ਕਿਸੇ ਫਾਈਜ਼ਰ ਦਾ ਲੱਗਾ ਦੂਸਰਾ ਐਸਟਰਾਜ਼ੈਨੇਕਾ, ਆਈ ਵੁੱਡ ਟੇਕ ਇਟ ਬਿਕਾਜ਼ ਇਸ ਵੇਲੇ ਜੋ ਸਾਨੂੰ ਆਫਰ ਕੀਤੀ ਜਾ ਰਹੀ ਹੈ ਉਹ ਜ਼ਰੂਰੀ ਹੈ ਕਿ ਉਹ ਲੈਣੀ ਹੈ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਵਾਲੀ ਚੀਜ਼ ਹੈ ਕਿ ਕੋਵਿਡ ਤੋਂ ਬਚੀਏ। ਬਿਕਾਜ਼ ਤੁਹਾਨੂੰ ਪਤਾ ਸੀਗਾ ਕਿ ਕਿੰਨੀ ਲੋਕ ਇਸ ਚੀਜ਼ ਫਸਟ ਐਂਡ ਸੈਕੰਡ ਵੇਵ ਦੇ ਵਿੱਚ ਬਿਮਾਰ ਹੋਏ ਸੀ। ਥਰਡ ਵੇਵ ਦੇ ਵਿੱਚ ਉਸ ਤੋਂ ਵੱਧ ਬਿਮਾਰ ਹੋਣਗੇ ਕਿਉਂਕਿ ਇਹ ਬਹੁਤ ਭੈੜਾ ਵੇਰੀਐਂਟ ਆਇਆ ਹੋਇਆ ਹੈ। ਇੱਕ ਤਾਂ ਇਹ ਫੈਲਦਾ ਬਹੁਤ ਜ਼ਿਆਦਾ ਹੈ, ਦੂਸਰੀ ਇਹ ਗੱਲ ਹੈ ਕਿ ਇਹਦੇ ਵਿੱਚ ਖਤਰਨਾਕ ਵੀ ਜ਼ਿਆਦਾ ਹੈ ਕਿਉਂਕਿ ਇਹ ਵੱਧ ਲੋਕਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰ ਰਿਹਾ, ICU ਦੇ ਵਿੱਚ ਦਾਖਲ ਕਰ ਰਿਹਾ ਤੇ ਮੌਤਾਂ ਵੀ ਇਹਦੇ ਨਾਲ ਵੱਧ ਹੋ ਰਹੀਆਂ ਪਹਿਲੇ ਵੇਰੀਐਂਟ ਨਾਲੋਂ। ਐਂਡ ਦ ਲਾਸਟ ਥਿੰਗ ਇਜ਼ ਕਿ ਜਿਹੜੇ ਘੱਟ ਉਮਰ ਵਾਲੇ ਵੀ ਲੋਕ, ਅੱਗੇ ਅਸੀਂ ਪਹਿਲਾਂ ਦੇਖਦੇ ਸੀ ਜਿਹੜੇ ਸਖਤ ਬਿਮਾਰ ਹੁੰਦੇ ਸੀ ਉਹ 80s 70s ਤੇ ਥੋੜਾ ਬਹੁਤਾ 60s ਦੇ ਵਿੱਚ ਹੁੰਦੇ ਸੀਗੇ, ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਇਹ ਨਵੇਂ ਵੇਰੀਐਂਟ ਦੇ ਨਾਲ 60s 50s 40s ਵਾਲੇ ਵੀ ਲੋਕ ਬਿਮਾਰ ਹੋ ਰਹੇ ਆ ਤੇ ਉਹਨਾਂ ਨੂੰ ਦਾਖਲ ਕਰਨਾ ਪੈ ਰਿਹਾ। ਪਹਿਲੇ ਵੇਵ ਦੇ ਵਿੱਚ ਅਸੀਂ ਇਹ ਚੀਜ਼ ਨਹੀਂ ਸੀ ਦੇਖ ਰਹੇ, ਤੇ ਇਸ ਕਰਕੇ ਇਹ ਵਾਲਾ ਸੈਕੰਡ ਵੇਰੀਐਂਟ ਜਿਹੜਾ UK ਵਾਲਾ ਇਹ ਬਹੁਤ ਖਤਰਨਾਕ ਹੈ। ਤਾਂ ਇਸ ਕਰਕੇ ਆਪਾਂ ਨੂੰ ਕੋਵਿਡ ਤੋਂ ਬਚਣਾ ਬਹੁਤ ਜ਼ਰੂਰੀ ਹੈ। ਜਿਹੜਾ ਵੀ ਤੁਹਾਨੂੰ ਟੀਕਾ ਮਿਲਦਾ ਲਵਾ ਲੈਣਾ ਚਾਹੀਦਾ। ਜੀ ਐਬਸੋਲੂਟਲੀ ਯੰਗਰ ਜਨਰੇਸ਼ਨ ਜ਼ਿਆਦਾ ਇਫੈਕਟ ਹੋ ਰਹੀ ਹੈਗੀ ਹੈ। ਰੀਸੈਂਟਲੀ ontario ਦੇ ਜਿਹੜੇ ਹੈਲਥ ਆਫੀਸ਼ੀਅਲਸ ਨੇ ਉਹਨਾਂ ਵੱਲੋਂ ਵੀ ਇੱਕ ਡਾਟਾ ਰਿਲੀਜ਼ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਨਵੇਂ ਵੇਰੀਐਂਟਸ ਦੇ ਨਾਲ ਜਿਹੜਾ ਡੈਥ ਰਿਸਕ ਹੈਗਾ ਉਹ 60% ਜਿਹੜਾ ਹੈ ਵੱਧ ਗਿਆ ਹੈਗਾ। We see that variants are winning. Do you think variants will continue to win? ਸੋ ਇੱਕ ਤਾਂ ਤੁਹਾਡਾ ਡਾਟਾ ਸਹੀ ਹੈ। 60% ਹਾਇਰ ਚਾਂਸ ਆਫ ਹਸਪੀਟਲ ਦੇ ਵਿੱਚ ਦਾਖਲ ਹੋਣਾ, 100% ਹਾਇਰ ਚਾਂਸ ICU ਦੇ ਵਿੱਚ ਦਾਖਲ ਹੋਣਾ, 60% ਚਾਂਸ ਵੱਧ ਮੌਤ ਦਾ। ਸੋ ਇਸ ਕਰਕੇ ਇਹ ਬਹੁਤ ਸੀਰੀਅਸ ਹੈ ਇਹ ਵਾਲਾ ਵੇਰੀਐਂਟ। ਇਸ ਵੇਲੇ ਵੇਰੀਐਂਟ ਦੀ ਵੈਕਸੀਨ ਦੀ ਪੂਰੀ ਰੇਸ ਲੱਗੀ ਹੋਈ ਹੈ। ਕਿਹੜਾ ਜਿੱਤੇਗਾ? ਆਈ ਹੋਪ ਕਿ ਵੈਕਸੀਨ ਵਾਲਾ ਜਿੱਤੇਗਾ, ਪਰ ਇਸ ਵੇਲੇ ਜੇ ਦੇਖਿਆ ਜਾਵੇ ਤੇ ਵੇਰੀਐਂਟ ਵਾਲਾ ਜ਼ਿਆਦਾ ਅੱਗੇ ਲੰਘ ਰਿਹਾ ਤੇ ਵੈਕਸੀਨ ਵਾਲਾ ਥੋੜਾ ਪਿੱਛੇ ਰਹਿ ਰਿਹਾ। ਸੋ ਇਸ ਕਰਕੇ ਕੈਨੇਡਾ ਨੂੰ ਬਹੁਤ ਸਖਤ ਜ਼ਰੂਰੀ ਕਿ ਛੇਤੀ ਤੋਂ ਛੇਤੀ ਵੈਕਸੀਨ ਲਵਾਈਏ ਕਿ ਇਸ ਵੈਕਸੀਨ ਵਾਲੀ ਰੇਸ ਜਿੱਤ ਜਾਵੇ, ਵੇਰੀਐਂਟ ਵਾਲੇ ਹਾਰ ਜਾਣ। ਪਰ ਇਸ ਵੇਲੇ ਵੇਰੀਐਂਟ ਜਿੱਤ ਰਹੇ ਹੈ ਬਿਕਾਜ਼ ਇਹ ਸੀਰੀਅਸ ਵੇਰੀਐਂਟ ਹੈ। ਜੀ ਜੀ ਬਿਲਕੁਲ। ਜਦੋਂ 2021 ਦੀ ਸ਼ੁਰੂਆਤ ਹੋਈ ਸੀਗੀ ਤੇ ਪ੍ਰੈਡਿਕਸ਼ਨਸ ਕੀਤੀਆਂ ਗਈਆਂ ਸਨ ਕਿ ਮੇਬੀ ਹੋਪਫੁਲੀ ਦਿਸ ਈਅਰ ਵੀਲ ਗੈਟ ਬੈਕ ਟੂ ਨਾਰਮਲ, ਲੇਕਿਨ ਹੁਣ ਅਸੀਂ ਥਰਡ ਵੇਵ ਐਕਸਪੀਰੀਅੰਸ ਕਰ ਰਹੇ ਹਾਂ ਜੋ ਕਿ ਫਰਸਟ ਐਂਡ ਸੈਕੰਡ ਨਾਲੋਂ ਕਾਫੀ ਖਤਰਨਾਕ ਹੈਗੀ ਹੈ। ਇਟਸ ਮੋਰ ਕੰਟੇਜੀਅਸ, ਇਟਸ ਮੋਰ ਡੈਡਲੀਐਸਟ। ਯੂ ਥਿੰਕ ਲਾਈਫ ਵਿਲ ਗੈਟ ਬੈਕ ਟੂ ਨਾਰਮਲ ਦਿਸ ਈਅਰ? ਜਸਲੀਨ ਜੀ, ਆਈ ਥਿੰਕ ਸੋ ਬਿਕਾਜ਼ ਉਮੀਦ ਹੈ ਕਿ ਸਪਟੈਂਬਰ ਤੱਕ 70 ਤੋਂ 80% ਲੋਕ ਜਿਹੜੇ ਵੀ ਲਵਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਵੈਕਸੀਨ ਲੱਗ ਜਾਏਗੀ। ਜਦੋਂ ਇੰਨੀ ਕੁ ਪਰਸੈਂਟੇਜ ਦੇ ਵਿੱਚ ਵੈਕਸੀਨ ਲੱਗ ਜਾਏਗੀ ਲੋਕਾਂ ਦੇ ਵਿੱਚ, ਉਸ ਚੀਜ਼ ਨੂੰ ਕਹਿੰਦੇ ਆ ਹਰਡ ਇਮਿਊਨਿਟੀ। ਹਰਡ ਇਮਿਊਨਿਟੀ ਦਾ ਮਤਲਬ ਇਹ ਹੁੰਦਾ ਹੈ ਕਿ ਇਨਫ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ ਕਿ ਵੈਕਸੀਨ ਇੱਕ ਦੂਜੇ ਤੋਂ ਟੱਪ ਕੇ ਤੀਸਰੇ ਬੰਦੇ ਤੱਕ ਨਹੀਂ ਜਾ ਸਕਦੀ ਬਿਕਾਜ਼ ਉਹਨੇ ਕੋ ਬੰਦੇ ਹੀ ਮੁੱਕ ਜਾਂਦੇ ਹੈ ਜਿਹਨੂੰ ਉਹ ਇਨਫੈਕਟ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਵੈਕਸੀਨ ਲੱਗ ਚੁੱਕੀ ਹੈ। ਸੋ ਉਹ ਰਫਲੀ 75% ਲਾ ਸਕਦਾ। ਜਦੋਂ ਉਹ ਸਟੇਜ ਤੇ ਪਹੁੰਚ ਗਏ ਫਿਰ ਆਪਾਂ ਇਸ ਬਿਮਾਰੀ ਦੇ ਉੱਤੇ, ਇਹ ਮਹਾਮਾਰੀ ਦੇ ਉੱਤੇ ਬਹੁਤ ਵੱਡਾ ਰੁਕਾਵਟ ਕਰ ਸਕਦੇ ਹਾਂ। ਫਿਰ ਸਮਝ ਸਕਦੇ ਹਾਂ ਕਿ ਅਸੀਂ ਇਸ ਚੀਜ਼ ਦੇ ਉੱਤੇ ਦਬਾਅ ਪਾਤਾ, ਅਸੀਂ ਜਿੱਤ ਗਏ। ਉਸ ਚੀਜ਼ ਨੂੰ ਹਲੇ ਟਾਈਮ ਲੱਗਣਾ ਹੈ।
I think so by the end of this year कि life will be back to almost normal. Normal ਤਾਂ ਬਿਲਕੁਲ ਕਦੀ ਵੀ ਨਹੀਂ ਹੋਏਗੀ ਕਿਉਂਕਿ ਇਹ ਨਵਾਂ normal ਆਪਣੇ ਵਾਸਤੇ ਆ ਰਿਹਾ ਹੈ, ਪਰ almost back to normal. ਪਰ ਇਹ ਕਹਿੰਦਿਆਂ ਹੋਇਆਂ ਫਿਰ ਵੀ ਆਪਾਂ ਨੂੰ ਤੋਂ ਬਚਾਅ ਰੱਖਣਾ ਪੈਣਾ ਬਿਕਾਜ਼ ਇਸ ਵੇਲੇ ਯੂਕੇ ਵਾਲਾ ਵੇਰੀਐਂਟ ਫੈਲ ਰਿਹਾ, ਉਸ ਤੋਂ ਬਾਅਦ ਹੁਣ ਸਾਊਥ ਅਫਰੀਕਾ ਵਾਲਾ ਵੀ ਆ ਰਿਹਾ, ਬ੍ਰਾਜ਼ੀਲ ਵਾਲਾ ਵੀ ਆ ਰਿਹਾ ਤੇ ਇਹ ਜਿਹੜੇ ਵੇਰੀਐਂਟਸ ਹੈ ਇਹਨਾਂ ਨੇ ਖਤਮ ਨਹੀਂ ਹੋਣਾ, ਇਹ ਹੌਲੀ ਹੌਲੀ ਇਹ ਵੀ ਚੱਲਦੇ ਰਹਿਣਗੇ। ਪਰ ਆਪਾਂ ਨੂੰ ਇਹ ਇਸ ਵੇਲੇ ਇੰਪੋਰਟੈਂਟ ਚੀਜ਼ ਹੈ ਕਿ ਸਭ ਤੋਂ ਵੱਧ ਜਿੰਨੀ ਵੈਕਸੀਨਸ ਲਵਾ ਸਕੀਏ ਆਪਣੇ ਆਪ ਨੂੰ ਬਚਾਈਏ ਤੇ ਆਪਣੀ ਫੈਮਿਲੀ ਐਂਡ ਕਮਿਊਨਿਟੀ ਨੂੰ ਬਚਾਈਏ। ਦੈਟ ਇਜ਼ ਦੀ ਓਨਲੀ ਵੇ। ਹੋਰ ਕੋਈ ਤਰੀਕਾ ਹੈ ਹੀ ਨਹੀਂਗਾ ਇਸ ਪੈਂਡੈਮਿਕ ਨੂੰ ਬੰਦ ਕਰਨ ਦਾ। ਜੀ ਬਿਲਕੁਲ। ਹੈਲਥ ਕੈਨੇਡਾ ਵੱਲੋਂ ਇਸ ਵੇਲੇ ਕੈਨੇਡਾ ਦੇ ਵਿੱਚ 4 ਵੈਕਸੀਨਸ ਅਪਰੂਵ ਕੀਤੀਆਂ ਗਈਆਂ ਹਨ, ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਐਂਡ ਜੌਨਸਨ ਐਂਡ ਜੌਨਸਨ। ਲਾਸਟ ਜਿਹੜੀ ਅਪਰੂਵ ਕੀਤੀ ਗਈ ਸੀ that was ਜੌਨਸਨ ਐਂਡ ਜੌਨਸਨ ਹੀ ਇੱਕ ਅਜਿਹੀ ਵੈਕਸੀਨ ਹੈ ਜਿਹਦੀ ਸਿਰਫ ਸਿੰਗਲ ਡੋਜ਼ ਦੀ ਰਿਕੁਆਇਰਮੈਂਟ ਹੈਗੀ ਹੈ। What do you think? How effective it will be? ਵੈਰੀ ਇਫੈਕਟਿਵ। ਜਦੋਂ ਉਹਨਾਂ ਨੇ ਟੈਸਟ ਕੀਤੇ ਸੀਗੇ, ਟ੍ਰਾਇਲਸ ਕੀਤੇ ਸੀਗੇ ਤੇ ਇਨਫੈਕਟ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਵੀ ਟੈਸਟ ਕੀਤੇ ਸੀ ਜਿੱਥੇ ਉਹ ਵੇਰੀਐਂਟ ਸਾਊਥ ਅਫਰੀਕਾ ਵਾਲਾ ਫੈਲ ਰਿਹਾ ਸੀਗਾ। ਸੋ ਇਸ ਕਰਕੇ ਜੌਨਸਨ ਐਂਡ ਜੌਨਸਨ ਇਜ਼ ਅ ਵੈਰੀ ਗੁੱਡ ਵੈਕਸੀਨ, ਓਵਰਆਲ ਸੇਫਟੀ ਵੱਲੋਂ ਵੀ, ਓਵਰਆਲ ਇਫੈਕਟਿਵਨੈਸ ਵੱਲੋਂ ਵੀ। ਜਦੋਂ ਉਹਨਾਂ ਨੇ ਕੰਪੇਅਰ ਕਰਕੇ ਦੇਖਿਆ ਇਹ ਚਾਰਾਂ ਵੈਕਸੀਨਸ ਨੂੰ ਜਿਹੜੇ ਤੁਸੀਂ ਮੈਂਸ਼ਨ ਕੀਤੀਆਂ, all 4 of them, ਇੱਕ ਤਾਂ ਹੁੰਦਾ ਨਾ ਆਪਣਾ ਲੋਕ ਦੇਖਦੇ ਆ ਕਿ ਉਹ ਫਲਾਣੇ ਦਾ ਇੰਨੀ ਪਰਸੈਂਟੇਜ ਹੈ, ਉਹ ਫਲਾਣੇ ਦੀ ਇੰਨੀ ਪਰਸੈਂਟੇਜ ਹੈ, ਉਹ ਚੀਜ਼ ਆਪਾਂ ਨੂੰ ਕੰਪੇਅਰ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਚੀਜ਼ ਦਾ ਕੰਪੇਅਰ ਕਰਦੀ ਹੈ ਆਲ ਕੋਵਿਡ ਦੇ ਵਿੱਚ ਜ਼ੁਕਾਮ ਵੀ, ਹੈਡੇਕ, ਨੌਜ਼ੀਆ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਇਨਕਲੂਡਿੰਗ ਮਾਈਨਰ ਕੋਵਿਡ। ਪਰ ਆਪਾਂ ਨੂੰ ਮਾਈਨਰ ਕੋਵਿਡ ਤੱਕ ਤਾਂ ਮਤਲਬ ਹੀ ਨਹੀਂ ਹੈਗਾ, ਸਾਨੂੰ ਤਾਂ ਸੀਰੀਅਸ ਕੋਵਿਡ ਤੋਂ ਬਚਣਾ ਚਾਹੀਦਾ। ਸੀਰੀਅਸ ਕੋਵਿਡ ਮੀਨਸ ਹਸਪੀਟਲ ਦੇ ਵਿੱਚ ਦਾਖਲ ਹੋਣਾ, ਆਈਸੀਯੂ ਦੇ ਵਿੱਚ ਦਾਖਲ ਹੋਣਾ ਐਂਡ ਡੈਥ। ਉਸ ਕੈਟੇਗਰੀ ਨੂੰ ਸੀਰੀਅਸ ਕੋਵਿਡ ਕਹਿੰਦੇ ਆ। ਜਦੋਂ ਉਸ ਕੈਟੇਗਰੀ ਦੇ ਵਿੱਚ ਚਾਰੇ ਵੈਕਸੀਨਸ ਨੂੰ ਆਪਾਂ ਕੰਪੇਅਰ ਕਰਦੇ ਹਾਂ, all of them are 100%, ਚਾਰੇ ਵੈਕਸੀਨਸ 100% effective against serious COVID। ਹਾਂ, ਤੁਹਾਨੂੰ ਕੋਵਿਡ ਜ਼ੁਕਾਮ ਤੋਂ ਹੋ ਸਕਦਾ ਨਾ ਬਚਾਉਣ ਪਰ ਤੁਹਾਨੂੰ ਉਸ ਚੀਜ਼ਾਂ ਤੋਂ ਬਚਾ ਲੇਗਾ। ਸੋ ਇਸ ਕਰਕੇ ਚਾਰੇ ਵੈਕਸੀਨ 100% ਇਫੈਕਟਿਵ, ਇਹ ਨੰਬਰ ਆਪਾਂ ਨੂੰ ਯਾਦ ਰੱਖਣਾ ਚਾਹੀਦਾ। ਜੀ ਬਿਲਕੁਲ। ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਓਨਟਾਰੀਓ ਦੇ ਵਿੱਚ ਜਿਹੜੇ ਕੇਸਿਸ ਹੈਗੇ ਨੇ, ਕੋਵਿਡ ਕੇਸਿਸ ਕਾਫੀ ਜ਼ਿਆਦਾ ਵੱਧ ਰਹੇ ਹੈਗੇ ਨੇ ਐਂਡ ਹਸਪੀਟਲਾਈਜੇਸ਼ਨਸ ਵੀ 14% ਇਨਕਰੀਜ਼ ਹੋਈ ਹੈ ਡੈਫੀਨਿਟਲੀ, ਜਿਸ ਨੂੰ ਕੰਟਰੋਲ ਕਰਨ ਵਾਸਤੇ ਓਨਟਾਰੀਓ ਗਵਰਨਮੈਂਟ ਨੇ ਐਮਰਜੈਂਸੀ ਬ੍ਰੇਕ ਲਗਾਈ ਹੈ, ਐਮਰਜੈਂਸੀ ਸ਼ਟਡਾਊਨ ਲਗਾਇਆ ਹੈਗਾ ਐਂਡ ਪ੍ਰੀਮੀਅਰ ਡੈਕੋਰਡ ਦਾ ਕਹਿਣਾ ਹੈ ਕਿ we have the toughest restrictions not just in Canada but ਪੂਰੇ ਨਾਰਥ ਅਮਰੀਕਾ ਦੇ ਵਿੱਚ। Do you agree with this? ਲਾਏ ਤਾਂ ਉਹਨਾਂ ਨੇ ਅੱਛੇ ਰਿਸਟ੍ਰਿਕਸ਼ਨਸ ਆ ਤੇ ਪਰ ਦ ਪ੍ਰੋਬਲਮ ਇਜ਼ ਦੈਟ ਜਿਹੜੇ ਗਵਰਨਮੈਂਟ ਨਾ ਇਹ ਰਿਸਟ੍ਰਿਕਸ਼ਨਸ ਕਦੋਂ ਲਾਉਂਦੀ ਹੈ, ਲਾਉਂਦੇ ਤਾਂ ਸਹੀ ਹੈ, ਅੱਛੇ ਰਿਸਟ੍ਰਿਕਸ਼ਨਸ ਲੱਗ ਜਾਂਦੇ ਪਰ ਕਦੋਂ ਲਾਉਂਦੀ ਹੈ ਉਹਦੇ ਵਿੱਚ ਕਈ ਵਾਰੀ ਗੜਬੜ ਕਰ ਜਾਂਦੇ ਆ। ਐਂਡ ਲਾਸਟ ਟਾਈਮ ਜਦੋਂ ਉਹਨਾਂ ਨੇ ਖੋਲੀ ਸੀ, ਹੋ ਸਕਦਾ ਲੱਗਦਾ ਕਿ ਮੈਂ ਵੀ ਕਹਿੰਦਾ ਤੇ ਹੋਰ ਦੂਜੇ ਵੀ ਡਾਕਟਰ ਮੇਰੇ ਨਾਲ ਕਹਿੰਦੇ ਕਿ ਉਸ ਵੇਲੇ ਨਹੀਂ ਸੀ ਓਪਨ ਕਰਨਾ ਚਾਹੀਦਾ ਉਹਨਾਂ ਨੂੰ। ਉਸ ਵੇਲੇ ਜੇ ਥੋੜਾ ਜਿਹਾ ਹੋਰ ਤਕਰੀਬਨ 3 ਹਫ਼ਤੇ ਹੋਰ ਐਕਸਟੈਂਡ ਕਰ ਦਿੰਦੇ ਤੇ ਹੋ ਸਕਦਾ ਇਸ ਵੇਲੇ ਜਿਹੜਾ ਲਾਕਡਾਊਨ ਆ ਰਿਹਾ ਉਹ ਨਾ ਕਰਨਾ ਪੈਂਦਾ ਕਿਉਂਕਿ ਉਸ ਜਦੋਂ ਬਿਮਾਰੀ ਨੂੰ ਜੜੋਂ ਫੜ ਲੈਂਦੇ ਆ ਨਾ ਉਦੋਂ ਥੋੜੇ ਜਿਹਾ ਅਸਰ ਜਾਂਦਾ ਹੈ ਤੇ ਜਦੋਂ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਫਿਰ ਬਹੁਤ ਸਖਤਾਈ ਕਰਨੀ ਪੈਂਦੀ ਹੈ। ਸੋ ਇਸ ਕਰਕੇ ਜੇ ਉਦੋਂ ਥੋੜਾ ਜਿਹਾ ਕਰ ਲੈਂਦੇ ਜ਼ਿਆਦਾ ਵਧੀਆ ਸੀ, ਪਰ ਚਲੋ ਉਹ ਹੁਣ ਮੌਕਾ ਲੰਘ ਗਿਆ ਤੇ ਹੁਣ ਨੈਕਸਟ 4 ਹਫ਼ਤਿਆਂ ਵਾਸਤੇ ਇਹਨਾਂ ਨੇ ਲਾਕਡਾਊਨ ਓਨਟਾਰੀਓ ਦੇ ਵਿੱਚ ਕਰਤਾ ਹੋਇਆ। ਬਹੁਤ ਸਖਤ ਜ਼ਰੂਰਤ ਸੀ ਇਸ ਵੇਲੇ ਕਿਉਂਕਿ ਇਸ ਵੇਲੇ ਅਸੀਂ ਬਹੁਤ ਜ਼ਿਆਦਾ ਕੋਵਿਡ ਕੇਸਿਸ ਦੇਖ ਰਹੇ ਹਾਂ। ਅੱਜ ਵੀ ਮੈਂ ਦੇਖਿਆ, ਕੱਲ ਵੀ ਮੈਂ ਦੇਖਿਆ, very busy emergency departments and these people are getting sick। ਇਹਨਾਂ ਨੂੰ ਹਸਪੀਟਲਾਈਜ਼ ਕਰਨਾ ਪੈਂਦਾ, ਆਈਸੀਯੂ ਵਿੱਚ ਦਾਖਲ ਕਰਨਾ ਪੈਂਦਾ। ਸੋ ਇਸ ਕਰਕੇ ਇਨ ਆਲ ਆਫ ਥੀਸ ਕੇਸਿਸ ਤਕਰੀਬਨ ਮੈਜੋਰਿਟੀ ਹੁਣ ਇਸ ਵੇਲੇ ਵੇਰੀਐਂਟਸ ਹੈ, ਇਹ ਯੂਕੇ ਵਾਲੇ ਵੇਰੀਐਂਟਸ ਹੈ। ਸੋ ਇਸ ਕਰਕੇ ਆਪਾਂ ਨੂੰ ਸਖਤ ਇਸ ਚੀਜ਼ ਤੋਂ ਬਚਾਅ ਰੱਖਣਾ ਚਾਹੀਦਾ। ਆਪ ਕੇਅਰਫੁਲ ਰੱਖੋ, ਆਪਣੇ ਆਪ ਬਾਹਰ ਅੰਦਰ ਨਾ ਜਾਓ, ਇੱਕ ਦੂਜੇ ਨਾਲ ਹਜੇ ਨਾ ਮਿਕਸ ਕਰੋ। ਥੋੜਾ ਜਿਹਾ ਸਮਾਂ ਹੋਰ ਰਹਿ ਗਿਆ, ਮੇਬੀ ਮੰਥ or 2, ਉਸ ਤੋਂ ਬਾਅਦ ਜਦੋਂ ਇਨਫ ਲੋਕਾਂ ਦੇ ਵੈਕਸੀਨਸ ਲੱਗ ਗਈ ਫਿਰ ਆਪਾਂ ਇੱਕ ਦੂਜੇ ਨਾਲ ਮਿਲ ਸਕਾਂਗੇ। ਪਰ ਇਸ ਵੇਲੇ ਇੱਕ ਦੂਜੇ ਨਾਲ ਮਿਲਣਾ ਤੇ ਮਨਾ ਹੋਣਾ ਚਾਹੀਦਾ, ਮਾਸਕਸ ਲਾਉਣੇ ਜ਼ਰੂਰੀ ਹੋਣਾ ਚਾਹੀਦੇ ਤੇ ਜਿੰਨੀ ਵੀ ਛੇਤੀ ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਵੈਕਸੀਨਸ ਲਵਾਉਣ ਦਾ, ਜਿਹੜੀ ਵੀ ਮਿਲਦੀ ਹੈ ਲਵਾ ਲੈਣੀ ਚਾਹੀਦੀ ਹੈ ਤੇ ਨਾਲ ਦੇ ਆਪਣੇ ਗੁਆਂਢੀਆਂ ਨੂੰ, ਫਰੈਂਡਸ ਨੂੰ, ਫੈਮਿਲੀ ਨੂੰ, ਸਾਰਿਆਂ ਨੂੰ ਆਖੋ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਵੈਕਸੀਨ ਜ਼ਰੂਰ ਲਵਾਓ। ਇਹੀ ਇੱਕ ਤਰੀਕਾ ਆਪਾਂ ਨੂੰ ਬਚਣ ਦਾ।
ਜੀ ਬਿਲਕੁਲ। ਡਾਕਟਰ ਬਾਜਵਾ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਸਰਕਾਰ ਨੂੰ ਪਹਿਲਾਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹ ਨਹੀਂ ਹਟਾਉਣੀਆਂ ਚਾਹੀਦੀਆਂ ਸੀ ਇੰਨੀ ਜਲਦੀ, ਪਰ ਜਦੋਂ ਵੀ ਨਵੀਂ ਅਨਾਉਂਸਮੈਂਟ ਆਉਂਦੀ ਹੈ ਤੇ ਗਵਰਨਮੈਂਟ ਆਫੀਸ਼ੀਅਲਸ ਦਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਵੀ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹਨ ਜਾਂ ਹਟਾਈਆਂ ਗਈਆਂ ਹਨ ਉਹ ਮੈਡੀਕਲ ਹੈਲਥ ਆਫੀਸਰ ਦੀ ਰਿਕਮੈਂਡੇਸ਼ਨ ਦੇ ਨਾਲ ਹੀ ਕੀਤੀਆਂ ਜਾਂਦੀਆਂ ਨੇ। ਹਾਂਜੀ, ਪਰ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਨੂੰ ਸਿਰਫ ਮੈਡੀਕਲ ਤੌਰ ਤੇ ਦੇਖੋ ਤੇ ਫਿਰ ਈਵਨ ਦੋਜ਼ ਮੈਡੀਕਲ ਅਫੀਸ਼ੀਅਲਸ ਉਹ ਵੀ ਕਹਿਣ ਕਿ ਇਸ ਵੇਲੇ ਨਾ ਖੋਲੋ, ਪਰ ਗਵਰਨਮੈਂਟ ਐਂਡ ਦੋਜ਼ ਮੈਡੀਕਲ ਅਫੀਸ਼ੀਅਲਸ ਖਾਸ ਕਰਕੇ ਜਿਹੜੇ ਪਾਲਿਸੀ ਬਣਾਉਂਦੇ ਆ ਉਹਨਾਂ ਨੂੰ ਸਿਰਫ ਮੈਡੀਕਲ ਨਹੀਂ ਦੇਖਣਾ ਪੈਂਦਾ, ਉਹਨਾਂ ਨੂੰ ਇਕਨੋਮਿਕ ਵੀ ਦੇਖਣਾ ਪੈਂਦਾ। ਉਹਨਾਂ ਦੇ ਦੋਵੇਂ ਬੋਝ ਹੁੰਦੇ ਆ, ਮੈਡੀਕਲ ਵੀ ਬੋਝ ਹੁੰਦਾ ਹੈ, ਇਕਨੋਮਿਕ ਵੀ ਬੋਝ ਹੁੰਦਾ ਹੈ, ਕਿਉਂਕਿ ਸਾਰੇ ਲੋਕ ਹਰੇਕ ਦੀ ਅੱਛੀ ਜੌਬ ਨਹੀਂ ਹੈਗੀ। ਸੋ ਇਸ ਕਰਕੇ ਕਈ ਲੋਕਾਂ ਨੂੰ ਇਹ ਡਰ ਹੁੰਦਾ ਹੈ ਕਿ ਜੇ ਮੈਂ ਨਾ ਕੰਮ ਤੇ ਗਿਆ ਮੇਰੀ ਜੌਬ ਛੁੱਟ ਜਾਣੀ ਹੈ ਜਾਂ ਮੈਨੂੰ ਹੋਰ ਕੋਈ ਆਮਦਨ ਦਾ ਕੋਈ ਹੋਰ ਕੋਈ ਤਰੀਕਾ ਹੈ ਹੀ ਨਹੀਂ। ਉਹਨਾਂ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਪੈਂਦਾ, ਕਿਉਂਕਿ ਮੇਰੇ ਵਰਗੇ ਤੇ ਹੋਰ ਕਈ ਕਹਿੰਦੇ ਆ ਅਸੀਂ ਬਹੁਤ ਕੋਵਿਡ ਸਾਨੂੰ ਨਾ ਹੋ ਜੇ, ਅਸੀਂ ਕੋਵਿਡ ਤੋਂ ਡਰੇ ਹੋਏ ਹਾਂ। ਪਰ ਉਹਨਾਂ ਲੋਕਾਂ ਨੂੰ ਕਈਆਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਮਾਰੋ ਗੋਲੀ ਕੋਰੋਨਾ, ਮੈਂ ਤਾਂ ਆਪਣੇ ਆਈ ਨੀਡ ਟੂ ਫੀਡ ਮਾਈ ਫੈਮਿਲੀ, ਮੈਂ ਆਪਣੀ ਆਮਦਨ ਪੂਰੀ ਕਰਨੀ ਹੈ, ਇਸ ਕਰਕੇ ਮੈਨੂੰ ਕੋਵਿਡ ਹੋਵੇ ਨਾ ਹੋਵੇ ਮੈਨੂੰ ਕੰਮ ਜ਼ਰੂਰੀ ਹੈ। ਸੋ ਇਸ ਚੀਜ਼ ਗਵਰਨਮੈਂਟ ਨੂੰ ਇਹ ਦੋਵੇਂ ਚੀਜ਼ ਦੇ ਬੈਲੈਂਸ ਦੇ ਵਿੱਚ ਰੱਖਣਾ ਪੈਂਦਾ। ਇਹ ਬੈਲੈਂਸ ਕਈ ਵਾਰੀ ਇੰਨਾ ਸੌਖਾ ਨਹੀਂ ਹੁੰਦਾ। ਜੀ, thank you Dr. Bajwa, thank you so much for joining PTC Punjabi once again and sharing all your information with us. ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। Stay safe. ਥੈਂਕ ਯੂ ਜਸਲੀਨ ਜੀ, ਥੈਂਕ ਯੂ। ਸੋ ਇਨਫੋਕਸ ਦੇ ਅੱਜ ਦੇ ਐਪੀਸੋਡ ਵਿੱਚ ਇਹ ਸੀ ਸਾਡੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।